गुड मॉर्निंग स्टूडेंट्स। आज ਦੇ ਲੈਕਚਰ 'ਚ ਆਪਾਂ ਫਰਦਰ ਅੱਗੇ ਸਟਾਰਟ ਕਰਦੇ ਹਾਂ। ਜਿਹੜਾ ਫੋਰਥ ਚੈਪਟਰ ਹੈ ਕੰਟੀਨਿਊ ਕਰਦੇ ਹਾਂ ਉਹਨੂੰ। ਕੱਲ ਫੋਰਥ ਚੈਪਟਰ ਸਟਾਰਟ ਕਰਵਾ ਚੁੱਕਿਆ ਮੈਂ ਵੈਕਟਰਸ ਵਾਲਾ। ਉਹਦੀਆਂ 2 ਵੀਡੀਓਜ਼ ਆਲਰੇਡੀ ਜਿਹੜਾ ਆਪਣਾ ਟੈਲੀਗ੍ਰਾਮ ਵਾਲਾ ਗਰੁੱਪ ਹੈ ਉਹ 'ਚ ਮੈਂ ਪੋਸਟ ਕਰਤੀਆਂ ਹੋਈਆਂ ਨੇ। ਸੋ ਜੇ ਤੁਸੀਂ ਨਹੀਂ ਦੇਖੀਆਂ ਉਹ ਵੀਡੀਓਜ਼ ਪਲੀਜ਼ ਉਹਨੂੰ ਜ਼ਰੂਰ ਦੇਖ ਲਿਓ, ਬਿਕੋਜ਼ ਹੁਣ ਤੋਂ ਇੱਦਾਂ ਦਾ ਪਾਰਟ ਹੈਗਾ ਵੈਕਟਰਸ ਜਿਹੜਾ ਕੰਟੀਨਿਊਸ਼ਨ 'ਚ ਤੁਹਾਨੂੰ ਰੱਖਣਾ ਪਊਗਾ, ਰਾਈਟ। ਪਹਿਲੇ 3 ਚੈਪਟਰਸ ਇਹਦੇ ਕੰਪੈਰੀਜ਼ਨ 'ਚ ਕਾਫੀ ਸਟ੍ਰੇਟ ਫਾਰਵਰਡ ਸੀਗੇ, ਰਾਈਟ, ਸਪੈਸ਼ਲੀ ਜਿਹੜੇ ਪਹਿਲੇ 2 ਚੈਪਟਰ ਨੇ, ਰਾਈਟ। ਥਰਡ ਨੂੰ ਫਿਰ ਵੀ ਕਹਿ ਸਕਦੇ ਹਾਂ ਥੋੜ੍ਹਾ ਜਿਹਾ ਕਨਸੈਪਚੁਅਲ ਸੀਗਾ। ਫੋਰਥ ਉਸ ਤੋਂ ਵੀ ਜ਼ਿਆਦਾ ਕਨਸੈਪਚੁਅਲ ਹੈ, ਅੰਡਰਸਟੈਂਡਿੰਗ ਬੇਸਡ ਚੈਪਟਰ ਹੈ। ਕੰਟੀਨਿਊਸ਼ਨ 'ਚ ਰੱਖੋਗੇ ਸਮਝ ਆਊਗਾ। 1-2 ਲੈਕਚਰ 'ਚ ਮਿਸ ਕਰਤੇ ਫਿਰ ਅਗਲਾ ਲੈਕਚਰ ਦੇਖੋਗੇ ਕੁਛ ਨਹੀਂ ਸਮਝ ਆਣਾ ਹੈਗਾ, ਠੀਕ ਹੈ। ਸੋ ਪਲੀਜ਼ ਕੰਟੀਨਿਊਟੀ ਜ਼ਰੂਰ ਬਣਾ ਕੇ ਰੱਖਿਓ। ਕੰਟੀਨਿਊਟੀ ਬਣਾਓਗੇ ਫਿਰ ਬਹੁਤ ਈਜ਼ੀ ਹੈ। ਲਗਾਤਾਰ ਜੋ ਲੈਕਚਰਸ ਅਪਲੋਡ ਮੈਂ ਕਰ ਰਿਹਾ ਹੂੰਗਾ ਜਾਂ ਫਿਰ ਜੇ ਬਾਅਦ ਚੋਂ ਜ਼ੂਮ ਕਲਾਸਿਸ ਵਗੈਰਾ ਵੀ ਮੈਂ ਲਗਾਊਂਗਾ ਜੇ ਤੁਹਾਡੀਆਂ, ਤਾਂ ਵੀ ਤੁਸੀਂ ਕੰਟੀਨਿਊਟੀ ਰੱਖਣੀ ਹੈ, ਰਾਈਟ। ਜਿਸ ਵੀ ਫਾਰਮ 'ਚ ਮੈਂ ਲੈਕਚਰਸ ਤੁਹਾਡੇ ਤੱਕ ਪਹੁੰਚਾ ਰਿਹਾ ਤੁਸੀਂ ਬਸ ਉਹਨਾਂ ਨੂੰ ਦੇਖਣਾ, ਰਾਈਟ, ਸੋ ਦੈਟ ਤੁਹਾਨੂੰ ਪਹਿਲੀ ਗੱਲ ਤਾਂ ਕਨਸੈਪਟਸ ਕਲੀਅਰ ਹੁੰਦੇ ਰਹਿਣ, ਐਂਡ ਸੈਕੰਡਲੀ ਜੋ ਕੋਈ ਡਾਊਟਸ ਆਉਂਦੇ ਨੇ ਤੁਸੀਂ ਮੈਨੂੰ ਪੁੱਛ ਸਕੋ, ਠੀਕ ਹੈ। ਸੋ ਜਿਹੜਾ ਪਹਿਲਾ ਆਪਣਾ ਲੈਕਚਰ ਹੈਗਾ, ਜਿਹੜਾ ਮੈਂ 2 ਵੀਡੀਓ ਪਾਈਆਂ ਨੇ ਟੈਲੀਗ੍ਰਾਮ 'ਤੇ, ਉਹ ਤਾਂ ਇੱਕਦਮ ਬੇਸਿਕ ਨੇ। ਵਟ ਆਰ ਵੈਕਟਰਸ, ਵਟ ਆਰ ਸਕੇਲਰਸ, ਰਾਈਟ। ਇੱਕਦਮ ਬੇਸਿਕ ਜਿਹੜੇ ਕੁਝ ਕਨਸੈਪਟ ਸੀਗੇ ਉਹ ਮੈਂ ਉਹ 'ਚ ਡਿਸਕਸ ਕੀਤੇ ਹੋਏ ਨੇ। ਸੋ ਉਹਨੂੰ ਜ਼ਰੂਰ ਦੇਖ ਲਿਓ। ਉਹ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ ਅੱਗੇ, ਰਾਈਟ। ਦੇਖੋ ਵੈਕਟਰਸ ਨਾਮ ਹੀ ਚੈਪਟਰ ਦਾ ਵੈਕਟਰਸ ਹੈ, ਸੋ ਵੈਕਟਰਸ ਦੇ ਨਾਲ ਹੀ ਡੀਲ ਕਰਨਾ ਕਾਫੀ ਡਿਟੇਲ ਦੇ ਵਿੱਚ ਇਸ ਚੈਪਟਰ ਦੇ ਵਿੱਚ, ਰਾਈਟ। ਸਭ ਤੋਂ ਜਿਹੜਾ ਈਜ਼ੀ, ਸਭ ਤੋਂ ਸਟ੍ਰੇਟ ਫਾਰਵਰਡ ਕਾਈਂਡ ਦਾ ਵੈਕਟਰ ਹੁੰਦਾ ਆਪਾਂ ਕੋਲ, ਦੈਟ ਇਜ਼ ਅ ਪੋਜੀਸ਼ਨ ਵੈਕਟਰ, ਰਾਈਟ। ਇਹ ਨੋਟਸ ਮੇਰੇ ਨੇ, ਇਹ 'ਚ ਇੰਨਾ ਕੁਛ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈਗੀ। ਇਹ ਜਸਟ ਮੈਂ ਫॉर द ਸੇਕ ਆਫ ਇਨਫੋਰਮੇਸ਼ਨ ਇੱਥੇ ਲਿਖਿਆ ਹੋਇਆ, ਰਾਈਟ। ਮੈਂ ਇਹਦੇ ਨੋਟਸ ਪ੍ਰੋਵਾਈਡ ਕਰੂੰਗਾ, ਸਿੰਪਲੀਫਾਈਡ ਨੋਟਸ ਪ੍ਰੋਵਾਈਡ ਕਰੂੰਗਾ ਤੁਹਾਨੂੰ, ਠੀਕ ਹੈ। ਤੁਸੀਂ ਉਹ ਤੋਂ ਨੋਟਸ 'ਤੇ ਲਿਖਣਾ ਜਿੰਨਾ ਕੁ ਤੁਹਾਡੇ ਲਈ ਸਫੀਸ਼ੀਐਂਟ ਹੈ, ਰਾਈਟ। ਅਦਰਵਾਈਜ਼ ਤਾਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਮੈਂ ਇਹ 'ਚ ਲਿਖੀ ਹੋਈ ਹੈ, ਠੀਕ ਹੈ। ਸੋ ਨੋਟਸ ਮੈਂ ਤੁਹਾਨੂੰ ਮੇਬੀ ਹੁਣ ਦੇਖੋ ਛੁੱਟੀਆਂ ਪੈਣ ਵਾਲੀਆਂ ਨੇ ਥੋੜ੍ਹੇ ਦਿਨਾਂ 'ਚ, ਸੋ ਉਦੋਂ ਮੈਂ ਤੁਹਾਨੂੰ ਜਿਹੜਾ 3rd ਚੈਪਟਰ ਪੈਂਡਿੰਗ ਹੈ ਉਹਦੇ ਵੀ ਨੋਟਸ ਪ੍ਰੋਵਾਈਡ ਕਰ ਦੂੰਗਾ, ਐਂਡ 4th ਚੈਪਟਰ ਦੇ ਵੀ ਨੋਟਸ ਪ੍ਰੋਵਾਈਡ ਕਰ ਦੂੰਗਾ, ਰਾਈਟ। ਚਲੋ ਵਟ ਇਜ਼ ਪੋਜੀਸ਼ਨ ਵੈਕਟਰ। ਸਿੰਪਲ ਜੀ ਗੱਲ ਹੈ। ਦੇਖੋ ਲੈਟਸ ਸਪੋਜ਼ ਆ ਆਪਣਾ ਕਾਰਟੇਜ਼ੀਅਨ ਪਲੇਨ ਹੈ, ਦਿਸ ਇਜ਼ x ਐਕਸਿਸ, ਦਿਸ ਇਜ਼ ਦ y ਐਕਸਿਸ, ਐਂਡ ਕੋਈ ਵੀ ਪਰਸਨ ਲੈਟਸ ਸਪੋਜ਼ ਜਾਂ ਕੋਈ ਆਬਜੈਕਟ ਇੱਥੇ ਬੈਠਾ ਹੋਇਆ ਐਟ ਪੁਆਇੰਟ P ਪੁਆਇੰਟ ਦੇ ਕਰਕੇ P ਨਾਮ ਦਿੰਦੇ ਆਪਾਂ, ਠੀਕ ਹੈ। ਇਹ ਆਬਜ਼ਰਵੇਸ਼ਨ ਨਾਟ ਆਬਜ਼ਰਵੇਸ਼ਨ ਪੁਆਇੰਟ, ਮਤਲਬ ਉਹ ਵਾਲਾ ਪੁਆਇੰਟ ਹੈ ਜਿਹਨੂੰ ਆਪਾਂ ਇੱਥੋਂ ਦੇਖਣਾ, ਰਾਈਟ। ਸਮਟਾਈਮਜ਼ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਦਿਸ ਇਜ਼ ਦ ਆਬਜ਼ਰਵੇਸ਼ਨ ਪੁਆਇੰਟ, ਠੀਕ ਹੈ। ਚਲੋ ਹੁਣ ਲੈਟਸ ਸਪੋਜ਼ ਆ ਕੋਈ ਘਰ ਹੋ ਸਕਦਾ, ਰਾਈਟ। ਇਸ ਘਰ ਦੇ ਵਿੱਚ ਇੱਥੇ ਕੋਈ ਪਰਸਨ ਬੈਠਾ ਹੋਇਆ, ਅਤੇ ਜੇ ਆਪਾਂ ਉਹਦੀ ਪੋਜੀਸ਼ਨ ਦੱਸਣੀ ਹੋਵੇ, ਰਾਈਟ, ਕਿੱਥੇ ਬੈਠਾ ਉਹ, ਕਿੰਨੇ ਡਿਸਟੈਂਸ 'ਤੇ ਬੈਠਾ, ਤਾਂ ਆਪਾਂ ਕੀ ਕਰਾਂਗੇ, ਓਰੀਜਨ ਤੋਂ ਕਿਸੇ ਵੀ ਇੱਕ ਪੁਆਇੰਟ ਨੂੰ ਓਰੀਜਨ ਮੰਨ ਕੇ ਉਹਨੂੰ ਐ ਜੁਆਇਨ ਕਰ ਦਾਂਗੇ ਸਟ੍ਰੇਟ ਲਾਈਨ ਦੇ ਨਾਲ, ਐਂਡ ਐਰੋ ਪਾ ਦਾਂਗੇ। ਇੱਦਾਂ ਕਿਉਂ ਕੀਤਾ? ਬਿਕੋਜ਼ ਦੇਖੋ ਡਿਸਪਲੇਸਮੈਂਟ ਪੋਜੀਸ਼ਨ ਵੈਕਟਰ ਦੀ ਆਪਾਂ ਗੱਲ ਕਰ ਰਹੇ ਹਾਂ, ਰਾਈਟ। ਡਿਸਪਲੇਸਮੈਂਟ ਵੈਕਟਰ ਬਾਅਦ ਚੋਂ ਆਏਗਾ। ਪੋਜੀਸ਼ਨ ਵੈਕਟਰ ਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ। ਪੋਜੀਸ਼ਨ ਵੈਕਟਰ ਮਤਲਬ ਇਹਦੀਆਂ ਮੈਗਨੀਟਿਊਡ ਵੀ ਹੋਊਗਾ, ਇਹਦਾ ਡਾਇਰੈਕਸ਼ਨ ਵੀ ਹੋਊਗੀ। ਆ ਜਿਹੜੀ ਲੈਂਥ ਹੈ ਆਪਣੀ ਕਿ ਕਿੰਨੀ ਦੂਰ ਬੈਠਾ ਆ ਬੰਦਾ ਇਸ ਓਰੀਜਨ ਤੋਂ, ਉਹ ਕੀ ਹੋਗੀ, ਉਹਦੀ ਮੈਗਨੀਟਿਊਡ ਲੈਂਥ ਹੋਗੀ, ਦੈਟ ਮੀਨਸ ਉਹਦੀ, ਰਾਈਟ। ਸਿਮਿਲਰਲੀ ਆਪਾਂ ਇੱਥੇ ਐਰੋ ਪਾਤਾ, ਦੈਟ ਮੀਨਸ ਓਰੀਜਨ ਤੋਂ ਆਪਾਂ ਦੱਸਤਾ ਕਿ ਉਸ ਡਾਇਰੈਕਸ਼ਨ 'ਚ ਬੈਠਾ ਬੰਦਾ ਹੈ ਨਾ, ਜਾਂ ਕੋਈ ਵੀ ਇੱਥੇ ਆਬਜੈਕਟ ਹੋਊਗਾ ਜਿਹੜਾ ਕਿ ਹਾਂਜੀ ਆਹ ਆਬਜੈਕਟ ਓਰੀਜਨ ਤੋਂ ਇਸ ਪਰਟੀਕੂਲਰ ਡਾਇਰੈਕਸ਼ਨ 'ਤੇ ਹੈ, ਉਹ ਕੀ ਹੋਗੀ, ਉਹਦੀ ਡਾਇਰੈਕਸ਼ਨ, ਰਾਈਟ। ਸੋ ਇਸ ਜਿਹੜੇ ਐਰੋ ਹੈ ਇਹਨੇ ਦੋਨੋਂ ਚੀਜ਼ਾਂ ਦੱਸਦੀਆਂ, ਦੇਖੋ ਮੈਗਨੀਟਿਊਡ ਵੀ ਦੱਸਦਾ ਐਂਡ ਡਾਇਰੈਕਸ਼ਨ ਵੀ, ਦੈਟ ਮੀਨਸ ਇਟ ਇਜ਼ ਅ ਵੈਕਟਰ ਕੁਆਂਟਿਟੀ, ਤਾਂ ਹੀ ਆਪਾਂ ਲਿਖਿਆ ਪੋਜੀਸ਼ਨ ਵੈਕਟਰ, ਠੀਕ ਹੈ। ਯੂਜ਼ਲੀ ਆਪਾਂ ਡਿਨੋਟ ਕਰਦੇ ਹੁੰਦੇ ਇਹਨੂੰ ਸਿੰਬਲ R ਦੇ ਨਾਲ, ਸੋ R ਵੈਕਟਰ, ਠੀਕ ਹੈ। ਸੋ ਓਵਰਆਲ ਦੇਖੋ ਆਪਾਂ ਇਹ ਲਿਖ ਸਕਦੇ ਹਾਂ OP ਵੈਕਟਰ, ਸਟਾਰਟ ਕੀਤਾ O ਤੋਂ ਐਂਡ P ਤੇ ਐਂਡ ਹੋ ਰਿਹਾ, ਮਤਲਬ ਇੱਥੇ ਬੈਠਾ ਹੋਇਆ, ਆਪਾਂ ਆਹ ਦੱਸ ਰਹੇ ਹਾਂ ਕਿ ਇੱਥੋਂ ਇੰਨੀ ਦੂਰ ਹੈ ਆ ਜਿਹੜਾ P ਪੁਆਇੰਟ। ਸੋ OP ਵੈਕਟਰ ਕੈਨ ਬੀ ਰਿਟਨ ਐਜ਼ R ਵੈਕਟਰ, ਦਿਸ ਇਜ਼ ਦ ਪੋਜੀਸ਼ਨ ਵੈਕਟਰ। ਨੈਕਸਟ ਟੌਪਿਕ ਇਜ਼ ਡਿਸਪਲੇਸਮੈਂਟ ਵੈਕਟਰ, ਰਾਈਟ। ਪੋਜੀਸ਼ਨ ਵੈਕਟਰ ਸਭ ਤੋਂ ਸਟ੍ਰੇਟ ਫਾਰਵਰਡ ਟਾਈਪ ਦਾ ਵੈਕਟਰ ਹੋ ਗਿਆ, ਸਭ ਤੋਂ ਈਜ਼ੀ ਵੈਕਟਰ। ਦੈਨ ਆਪਾਂ ਕੋਲ ਹੁੰਦਾ ਡਿਸਪਲੇਸਮੈਂਟ ਵੈਕਟਰ। ਓਵਰਆਲ ਬੋਡੀ ਦੀ ਡਿਸਪਲੇਸਮੈਂਟ ਕਿੰਨੀ ਸੀਗੀ, ਡਿਸਪਲੇਸਮੈਂਟ ਓਵਰਆਲ ਆਪਾਂ ਕਿਵੇਂ ਪਤਾ ਕਰਦੇ ਹਾਂ, ਜਿਵੇਂ ਆਪਾਂ ਹੁਣ ਤੱਕ ਕਰਦੇ ਆਏ ਆ, ਇਨੀਸ਼ੀਅਲ ਪੁਆਇੰਟ, ਫਾਈਨਲ ਪੁਆਇੰਟ, ਰਾਈਟ। ਦੋਨਾਂ ਨੂੰ ਜੁਆਇਨ ਕਰ ਦਿਓ ਕਿ ਇਨੀਸ਼ੀਅਲ ਪੋਜੀਸ਼ਨ ਕਿੰਨੀ ਹੈ, ਫਾਈਨਲ ਪੋਜੀਸ਼ਨ ਕਿੰਨੀ ਹੈ, ਦੋਨਾਂ ਨੂੰ ਜੁਆਇਨ ਕਰਕੇ ਜਿਹੜਾ ਵੀ ਆਪਾਂ ਕੋਲ ਵੈਕਟਰ ਆਊਗਾ ਦੈਟ ਵਿਲ ਬੀ ਕਾਲਡ ਡਿਸਪਲੇਸਮੈਂਟ ਵੈਕਟਰ। ਫੋਰ ਐਗਜ਼ਾਮਪਲ ਦੇਖੋ ਲੈਟਸ ਸਪੋਜ਼ ਕਿਸੇ ਵੀ ਪਰਟੀਕੂਲਰ ਪੁਆਇੰਟ 'ਤੇ ਕਿਸੇ ਵੀ ਪਰਟੀਕੂਲਰ ਟਾਈਮ 'ਤੇ ਜਿਹੜਾ ਕੋਈ ਆਬਜੈਕਟ ਹੈ ਉਹ ਇੱਥੇ ਬੈਠਾ ਐਟ ਪੁਆਇੰਟ P, ਮਤਲਬ ਆ ਉਹਦੀ ਪੋਜੀਸ਼ਨ ਸੀਗੀ, ਰਾਈਟ। ਜਿਹੜਾ OP ਹੈ ਦੈਟ ਇਜ਼ ਦ ਪੋਜੀਸ਼ਨ ਵੈਕਟਰ, ਹੈ ਨਾ। ਸੋ ਦਿਸ ਇਜ਼ ਦ ਇਨੀਸ਼ੀਅਲ ਪੁਆਇੰਟ, ਮੈਂ ਇੱਥੇ ਲਿਖ ਵੀ ਦਾਂ, ਰਾਈਟ। ਦਿਸ ਇਜ਼ ਦ ਇਨੀਸ਼ੀਅਲ ਪੁਆਇੰਟ। ਇੱਥੋਂ ਲੈਟਸ ਸਪੋਜ਼ ਇੱਕ ਬੋਡੀ ਨੇ ਚੱਲਣਾ ਸ਼ੁਰੂ ਕੀਤਾ ਐਂਡ ਉਹ ਇਸ ਡਾਇਰੈਕਸ਼ਨ 'ਚ ਮੂਵ ਕਰਕੇ Q ਪੁਆਇੰਟ 'ਤੇ ਪਹੁੰਚ ਜਾਂਦਾ ਹੈ, ਸੱਚ ਦੈਟ OQ ਇਜ਼ ਦ ਪੋਜੀਸ਼ਨ ਵੈਕਟਰ, ਰਾਈਟ। ਹੁਣ ਉਹਦੀ ਪੋਜੀਸ਼ਨ ਵੈਕਟਰ ਆਹ ਹੋਗੀ, ਮਤਲਬ ਫਾਈਨਲ ਪੋਜੀਸ਼ਨ ਉਹਦੀ ਇਹ ਹੈ ਹੁਣ, ਠੀਕ ਹੈ। ਹੁਣ ਜੇ ਆਪਾਂ ਨੂੰ ਦੱਸਣਾ ਹੋਵੇ ਕਿ ਬੋਡੀ ਦੀ ਐਕਚੁਅਲ ਡਿਸਪਲੇਸਮੈਂਟ ਕਿੰਨੀ ਸੀਗੀ, ਤਾਂ ਦੇਖੋ ਉਹਨੇ ਚੱਲਣਾ ਕਿੱਥੋਂ ਸ਼ੁਰੂ ਕੀਤਾ, P ਤੋਂ,
ਪਹੁੰਚਿਆ ਕਿੱਥੇ Q ਤੋਂ। ਦੈਟ ਮੀਨਸ ਦਿਸ ਇਜ਼ ਦ ਡਿਸਪਲੇਸਮੈਂਟ ਜਿਹੜੀ ਆਪਾਂ PQ ਵੈਕਟਰ ਦੇ ਨਾਲ ਸ਼ੋ ਕੀਤਾ ਹੋਇਆ, ਰਾਈਟ। ਅਗੇਨ ਇਹਦੀ ਲੈਂਥ ਆਪਾਂ ਨੂੰ ਦੱਸੂਗੀ ਕਿ ਕਿੰਨਾ ਜ਼ਿਆਦਾ ਉਹਨੇ ਵਾਕ ਕੀਤਾ ਜਾਂ ਕਿੰਨਾ ਜ਼ਿਆਦਾ ਉਹਦੀ ਮੂਵਮੈਂਟ ਹੈ, ਕਿੰਨੀ ਉਹਦੀ ਡਿਸਪਲੇਸਮੈਂਟ ਹੈ। ਐਂਡ ਡਾਇਰੈਕਸ਼ਨ ਆਪਾਂ ਨੂੰ ਉਹਦੀ ਡਾਇਰੈਕਸ਼ਨ ਹੀ ਦੱਸ ਰਹੀ ਹੈ, ਰਾਈਟ। ਐਰੋ ਆਪਾਂ ਤਾਂ ਹੀ ਪਾਇਆ ਹੋਇਆ ਬਿਕੋਜ਼ ਇਟ ਇਜ਼ ਵੈਕਟਰ, ਗॉट ਇਟ। ਸੋ ਇੱਥੋਂ ਵੀ ਆਪਾਂ ਨੂੰ ਦੋਨੋਂ ਚੀਜ਼ਾਂ ਦਾ ਪਤਾ ਲੱਗ ਰਿਹਾ ਹੈ। ਸੋ ਦ ਡਿਸਪਲੇਸਮੈਂਟ ਵੈਕਟਰ ਆਫ ਦ ਪਾਰਟੀਕਲ ਇਨ ਦੈਟ ਟਾਈਮ ਇੰਟਰਵਲ, ਲੈਟਸ ਸਪੋਜ਼ P ਤੋਂ Q ਤੱਕ ਜਾਣ ਦੇ ਲਈ ਉਹਨੂੰ ਸਮਾਲ t ਟਾਈਮ ਲੱਗਿਆ, ਤਾਂ ਉਹਨੇ ਟਾਈਮ ਦੇ ਵਿੱਚ ਟੋਟਲ ਬੋਡੀ ਨੇ ਕਿੰਨੀ ਡਿਸਪਲੇਸਮੈਂਟ ਕੀਤੀ, PQ ਵੈਕਟਰ, ਰਾਈਟ। ਇਨੀਸ਼ੀਅਲ ਵਾਲਾ ਪੁਆਇੰਟ ਪਹਿਲਾਂ ਲਿਖਣਾ, ਫਾਈਨਲ ਵਾਲਾ ਪੁਆਇੰਟ ਬਾਅਦ ਚੋਂ ਲਿਖਣਾ, ਉੱਪਰ ਬਸ ਹੈਡ ਤੇ ਵੈਕਟਰ ਪਾ ਦੇਣਾ, ਦੈਟਸ ਇਟ। ਦਿਸ ਇਜ਼ ਦ ਪੋਜੀਸ਼ਨ ਵੈਕਟਰ। ਨੈਕਸਟ ਟਾਪਿਕ ਆਪਣਾ ਜਿਹੜਾ ਹੈਗਾ ਦੈਟ ਇਜ਼ ਦ ਐਡੀਸ਼ਨ ਆਫ ਟੂ ਵੈਕਟਰਸ, ਐਡੀਸ਼ਨ ਆਫ ਟੂ ਵੈਕਟਰਸ, ਰਾਈਟ। ਦੇਖੋ ਕਈ ਵਾਰੀ ਆਪਾਂ ਨੂੰ ਫਿਜ਼ਿਕਸ 'ਚ ਇੱਦਾਂ ਦੀਆਂ ਪ੍ਰੋਬਲਮਸ ਨੂੰ ਫੇਸ ਕਰਨਾ ਪਊਗਾ ਜਿੱਥੇ ਆਪਾਂ ਨੂੰ ਦੋ ਵੈਕਟਰਸ ਨੂੰ ਆਪਸ 'ਚ ਕੀ ਕਰਨਾ ਪੈਂਦਾ, ਐਡ ਅਪ ਕਰਨਾ ਪੈਂਦਾ, ਰਾਈਟ। ਇਟ ਕੁਡ ਬੀ ਐਨੀਥਿੰਗ, ਵੈਲੋਸਿਟੀ, ਐਸਲਰੇਸ਼ਨ, ਡਿਸਪਲੇਸਮੈਂਟ, ਫੋਰਸ, ਕੋਈ ਮਰਜ਼ੀ ਆਪਣਾ ਵੈਕਟਰ ਹੋਵੇ, ਐਡੀਸ਼ਨ ਆਲਵੇਜ਼ ਸੇਮ ਹੀ ਤਰੀਕੇ ਨਾਲ ਹੋਊਗੀ। ਦੈਟਸ ਵਾਈ ਆਪਾਂ ਬੇਸਿਕਲੀ ਤਰੀਕਾ ਦੇਖਣ ਲੱਗੇ ਹਾਂ ਕਿ ਕਿਸੇ ਵੀ ਦੋ ਵੈਕਟਰਸ ਨੂੰ ਆਪਸ 'ਚ ਕਿੱਦਾਂ ਐਡ ਕਰਦੇ ਹਾਂ। ਕੱਲ੍ਹ ਵਾਲੇ ਜਿਹੜੇ ਮੈਂ ਟੈਲੀਗ੍ਰਾਮ 'ਤੇ ਲੈਕਚਰਸ ਪਾਏ ਨੇ ਉਹ 'ਚ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਵੈਕਟਰਸ ਨੇ ਉਹਨਾਂ ਨੂੰ ਇੰਨਾ ਸਟ੍ਰੇਟ ਫਾਰਵਰਡ ਤਰੀਕੇ ਨਾਲ ਆਪਾਂ ਐਡ ਨਹੀਂ ਕਰ ਸਕਦੇ ਜਿਵੇਂ ਆਪਾਂ ਸਕੇਲਰਸ ਨੂੰ ਕਰਦੇ ਹਾਂ। ਸਕੇਲਰਸ ਨੂੰ ਤਾਂ ਐਡ ਕਰਨ 'ਚ ਕੋਈ ਦਿੱਕਤ ਹੀ ਨਹੀਂ ਹੈਗੀ, ਇੱਕ ਛੋਟਾ ਜਿਹਾ ਬੱਚਾ ਵੀ ਕਰ ਲੇਗਾ। ਲੈਟਸ ਸਪੋਜ਼ ਆਪਾਂ ਨੂੰ ਪਤਾ ਇੱਕ ਬੋਡੀ ਹੈਗੀ ਹੈ 5 kg ਦੀ, ਦੂਜੀ ਹੈਗੀ ਹੈ 4 kg ਦੀ। ਆਪਾਂ ਨੂੰ ਪਤਾ ਕਿ 5 + 4 = 9 kg। ਸਕੇਲਰਸ ਨੂੰ ਐਡ ਕਰਨਾ ਸਟ੍ਰੇਟ ਫਾਰਵਰਡ ਹੈ, ਜਿਵੇਂ ਆਪਾਂ ਐਲਜੈਬਰਾ ਦੇ ਰੂਲਸ ਪੜ੍ਹੇ ਹੋਏ ਨੇ ਕਿ x 'ਚ y ਐਡ ਕਰਾਂਗੇ, x + y, ਉਹੀ ਸਿਸਟਮ ਚੱਲ ਰਿਹਾ ਇੱਥੇ, ਹੈ ਨਾ। 5 + 4 = 9। ਬਟ ਵੈਕਟਰਸ ਨੂੰ ਐਡ ਕਰਨਾ ਇੰਨਾ ਸਟ੍ਰੇਟ ਫਾਰਵਰਡ ਨਹੀਂ ਹੈਗਾ ਕਿ ਤੁਹਾਨੂੰ ਦਿੱਤਾ ਹੋਇਆ ਦੋ ਫੋਰਸਿਸ ਲੱਗ ਰਹੀਆਂ ਨੇ ਕਿਸੇ ਬੋਡੀ ਤੇ, ਇੱਕ ਹੈਗੀ ਹੈ 10 ਨਿਊਟਨ ਦੀ, ਇੱਕ 15 ਨਿਊਟਨ ਦੀ, ਐਂਡ ਤੁਸੀਂ ਸਿੱਧਾ ਐਡ ਕਰਕੇ 25 ਨਿਊਟਨਸ ਕਰਤਾ। ਨਹੀਂ, ਜਦੋਂ ਤੱਕ ਆਪਾਂ ਨੂੰ ਉਹਨਾਂ ਦੀ ਡਾਇਰੈਕਸ਼ਨ ਨਹੀਂ ਪਤਾ ਆਪਾਂ ਕਿੱਦਾਂ ਐਡ ਅਪ ਕਰ ਸਕਦੇ ਹਾਂ, ਬਿਕੋਜ਼ ਵੀ ਆਰ ਨਾਟ ਸ਼ੋਰ ਨਾ ਕਿ ਜਿਹੜੀਆਂ ਦੋਨੋਂ ਫੋਰਸਿਸ ਨੇ ਉਹ ਦੋਨੋਂ ਆਪੋਜ਼ਿਟ ਡਾਇਰੈਕਸ਼ਨ 'ਚ ਲੱਗ ਰਹੀਆਂ ਨੇ ਜਾਂ ਲੈਟਸ ਸੇ ਸੇਮ ਹੀ ਡਾਇਰੈਕਸ਼ਨ 'ਚ ਲੱਗ ਰਹੀਆਂ ਨੇ, ਜਾਂ ਐਵੇਂ ਵੀ ਹੋ ਸਕਦਾ ਕਿ ਇੱਕ ਦੂਜੇ ਦੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਲੱਗ ਰਹੀਆਂ ਹੁਣ, ਰਾਈਟ। ਇਸ ਕੇਸ 'ਚ ਰਿਜ਼ਲਟ ਹੋਰ ਆਊਗਾ, ਇਸ ਕੇਸ 'ਚ ਰਿਜ਼ਲਟ ਹੋਰ ਆਊਗਾ, ਇਸ ਕੇਸ 'ਚ ਰਿਜ਼ਲਟ ਹੋਰ ਆਊਗਾ। ਸਭ ਤੋਂ ਜ਼ਿਆਦਾ ਕਿਹੜੇ ਕੇਸ 'ਚ ਆਊਗਾ, ਆਫਕੋਰਸ ਇੱਥੇ, ਕਿਉਂਕਿ ਦੋਨੋਂ ਫੋਰਸਿਸ ਇੱਕ ਦੂਜੇ ਨੂੰ ਸਪੋਰਟ ਕਰੂਗੀਆਂ। ਸਭ ਤੋਂ ਘੱਟ ਰਿਜ਼ਲਟ ਕਿੱਥੇ ਆਊਗਾ, ਦੋਨੋਂ ਫੋਰਸਿਸ ਨੂੰ ਐਡਅਪ ਕਰਕੇ, ਆਫਕੋਰਸ ਇੱਥੇ, ਬਿਕੋਜ਼ ਇੱਥੇ ਅਪੋਜ਼ ਕਰ ਰਹੀਆਂ ਨੇ। ਇੱਥੇ ਇਟ ਵਿਲ ਬੀ ਇੰਟਰਮੀਡੀਏਟ, ਰਾਈਟ। ਨਾ ਤਾਂ ਇੰਨਾ ਜ਼ਿਆਦਾ ਹੋਊਗਾ ਨਾ ਇੰਨਾ ਘੱਟ ਰਿਜ਼ਲਟ ਹੋਊਗਾ। ਸੋ ਦੇਖ ਰਹੇ ਹੋ ਨਾ, ਵੈਕਟਰਸ ਨੂੰ ਐਡਅਪ ਕਰਨ ਦੇ ਲਈ ਥੋੜ੍ਹਾ ਜਿਹਾ ਆਪਾਂ ਨੂੰ ਕਨਸੈਪਟ ਸਮਝਣਾ ਪਊਗਾ ਕਿ ਕਿੱਦਾਂ ਆਪਾਂ ਪ੍ਰੋਪਰਲੀ ਉਹਨਾਂ ਨੂੰ ਐਡਅਪ ਕਰਦੇ ਹਾਂ, ਠੀਕ ਹੈ। ਸੋ ਲੈਟਸ ਸੀ, ਸਿੰਪਲ ਜੀ ਗੱਲ ਹੈ। ਆਪਾਂ ਕੋਲ ਵੈਕਟਰਸ ਨੂੰ ਐਡ ਕਰਨ ਦੇ ਦੋ ਤਰੀਕੇ ਹੁੰਦੇ ਨੇ। ਸਭ ਤੋਂ ਪਹਿਲਾਂ ਲੈਟਸ ਸਪੋਜ਼ ਮੈਂ ਇੱਥੇ ਡਰਾ ਕਰਦਾ, ਆਪਾਂ ਕੋਲ ਇੱਕ ਵੈਕਟਰ ਗਿਵਨ ਹੈ, ਦਿਸ ਇਜ਼ ਲੈਟਸ ਸੇ A ਵੈਕਟਰ, ਐਂਡ ਇੱਕ ਵੈਕਟਰ ਤੁਹਾਨੂੰ ਗਿਵਨ ਹੈ ਕੋਈ B ਵੈਕਟਰ। ਆਹ ਦੋ ਵੈਕਟਰ ਗਿਵਨ ਨੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਐਡਅਪ ਕਰਨਾ ਹੈ, ਰਾਈਟ। ਕਿਸੇ ਵੀ ਨਿਊਮੈਰੀਕਲ 'ਚ ਹੋ ਸਕਦਾ ਜਾਂ ਕਿਤੇ ਵੀ ਕੰਮ ਆ ਸਕਦੇ। ਹੁਣ ਦੇਖੋ ਇਹਨਾਂ ਨੂੰ ਆਪਾਂ ਐਡਅਪ ਕਿਵੇਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, ਆਹ ਜਿਹੜਾ B ਵੈਕਟਰ ਹੈ ਇਹਨੂੰ ਇੱਥੋਂ ਚੱਕ ਕੇ ਇਹਦੇ ਹੈਡ ਦੇ ਨਾਲ ਅਟੈਚ ਕਰ ਦੇਣਾ ਹੈ। ਅੱਛਾ, ਬਾਏ ਦ ਵੇ ਦਿਸ ਐਰੋ, ਦਿਸ ਇਜ਼ ਕੋਲਡ ਦ ਹੈਡ ਆਫ ਦ ਵੈਕਟਰ, ਐਂਡ ਜਿਹੜਾ ਆਹ ਵਾਲਾ ਪੁਆਇੰਟ ਹੁੰਦਾ ਦਿਸ ਇਜ਼ ਕੋਲਡ ਦ ਟੇਲ ਆਫ ਦ ਵੈਕਟਰ। ਸਿਮਿਲਰਲੀ ਇਸ ਦੀ ਟੇਲ ਆ ਹੋਗੀ, ਆ ਹੋ ਗਿਆ B ਵੈਕਟਰ ਦਾ ਹੈਡ, ਠੀਕ ਹੈ। ਸੋ ਆਪਾਂ ਕੀ ਕੀਤਾ, B ਵੈਕਟਰ ਦੀ ਟੇਲ ਨੂੰ ਇੱਥੋਂ ਮੂਵ ਕਰਕੇ A ਵੈਕਟਰ ਦੇ ਹੈਡ ਦੇ ਨਾਲ ਜੁਆਇਨ ਕਰ ਦੇਣਾ ਹੈ, ਸੱਚ ਦੈਟ ਇਹਦਾ ਜਿਹੜਾ ਐਂਗਲ ਹੈ, ਰਾਈਟ, ਉਹ ਐਜ਼ ਸੱਚ ਹੀ ਰਵੇ। ਇਹ ਨਹੀਂ ਹੈਗਾ ਕਿ ਇਹਨੂੰ ਜਦੋਂ ਆਪਾਂ ਮੂਵ ਕਰਨਾ ਤਾਂ ਇਹਨੂੰ ਆਪਾਂ ਇੱਧਰ ਲਿਆ ਕੇ ਇੱਥੇ ਅਟੈਚ ਕਰਤਾ, ਦੈਟ ਵਿਲ ਬੀ ਇਨਕਰੈਕਟ, ਠੀਕ ਹੈ। ਸੋ ਜਿੱਦਾਂ ਇਹ ਹੈਗਾ ਉੱਦਾਂ ਹੀ ਇਹਨੂੰ ਇੱਧਰ ਆਪਾਂ ਲਿਆ ਕੇ ਇੱਥੇ ਟੱਚ ਕਰ ਦੇਣਾ, ਰਾਈਟ, ਜੁਆਇਨ ਕਰ ਦਾਂਗੇ। ਸੋ ਲੈਟਸ ਸੀ, ਸਭ ਤੋਂ ਪਹਿਲਾਂ ਯੂ ਕੈਨ ਟਰਾਈ ਇਟ ਪ੍ਰੋਪਰਲੀ ਵਿਦ ਦ ਹੈਲਪ ਆਫ ਸਕੇਲ, ਬਿਕੋਜ਼ ਮੈਗਨੀਟਿਊਡ ਵੀ ਸੇਮ ਰਹਿਣਾ ਚਾਹੀਦਾ, ਬਟ ਮੈਂ ਇੱਥੇ ਰਫਲੀ ਡਰਾ ਕਰ ਰਿਹਾ, ਠੀਕ ਹੈ, ਜਸਟ ਟੂ ਸੇਵ ਸਮ ਟਾਈਮ, ਓਕੇ। ਸੋ ਸਭ ਤੋਂ ਪਹਿਲਾਂ ਮੈਂ A ਵੈਕਟਰ ਡਰਾ ਕੀਤਾ, ਦਿਸ ਇਜ਼ ਦ A ਵੈਕਟਰ। ਉਹ ਤੋਂ ਬਾਅਦ ਆ B ਵੈਕਟਰ ਹੈ, ਜਿੰਨੀ ਕਿ ਦੀ ਲੈਂਥ ਹੈਗੀ ਹੈ ਉਹਦੇ ਅਕੋਰਡਿੰਗਲੀ ਦੇਖ ਲਓ, ਰਾਈਟ, ਲੁਕਸ ਗੁੱਡ, ਹੈ ਨਾ। ਹੁਣ ਆ ਜੇ ਆਪਣਾ B ਵੈਕਟਰ ਹੈ ਤਾਂ ਦੇਖੋ ਆ A ਵੈਕਟਰ ਸੀਗਾ, ਆ B ਵੈਕਟਰ ਸੀਗਾ। ਹੁਣ ਜਿਹੜਾ A ਵੈਕਟਰ ਪਲੱਸ B ਵੈਕਟਰ ਹੋਊਗਾ, ਦੋਨਾਂ ਦਾ ਸਮ ਹੋਊਗਾ, ਦੈਟ ਵਿਲ ਬੀ ਗਿਵਨ ਬਾਈ ਦਿਸ ਲਾਈਨ, ਠੀਕ ਹੈ। ਇਹ ਆਪਾਂ ਕੋਲ ਓਵਰਆਲ ਵੈਕਟਰ ਆਊਗਾ, ਦੋਨਾਂ ਦਾ ਸਮ ਹੈ ਜਿਹੜਾ A ਵੈਕਟਰ ਪਲੱਸ B ਵੈਕਟਰ। ਇਹ ਤਰੀਕਾ ਹੋ ਗਿਆ ਪਹਿਲਾ ਤਰੀਕਾ ਦੋ ਵੈਕਟਰਸ ਨੂੰ ਐਡ ਅਪ ਕਰਨ ਦਾ। ਦੇਖੋ ਆਪਾਂ ਨੂੰ ਇੱਥੋਂ ਮੈਗਨੀਟਿਊਡ ਵੀ ਪਤਾ ਲੱਗ ਗਿਆ, ਕਿੰਨੀ ਲੈਂਥ ਹੈ, ਦੋਨਾਂ ਤੋਂ ਜ਼ਿਆਦਾ ਹੈ ਨਾ। ਐਂਡ ਸੈਕੰਡਲੀ ਜਿਹੜੀ ਉਹਦੀ ਡਾਇਰੈਕਸ਼ਨ ਆਪਾਂ ਨੂੰ ਉਹ ਵੀ ਪਤਾ ਲੱਗ ਰਹੀ ਹੈ ਕਿ ਜੇ ਇੱਕ ਵੈਕਟਰ ਇਸ ਡਾਇਰੈਕਸ਼ਨ 'ਚ ਹੋਵੇ, ਦੂਸਰਾ ਇਸ ਡਾਇਰੈਕਸ਼ਨ 'ਚ ਹੋਵੇ, ਤਾਂ ਓਵਰਆਲ ਜਿਹੜੀ ਡਾਇਰੈਕਸ਼ਨ ਆਉਂਦੀ ਹੈ ਉਹ ਇਸ ਡਾਇਰੈਕਸ਼ਨ 'ਚ ਆਉਂਦੀ ਹੈ ਉਹਨਾਂ ਦੀ, ਗॉट इट। ਸੋ ਅਗੇਨ ਐਡੀਸ਼ਨ ਤੋਂ ਆਪਾਂ ਦੋਨੋਂ ਚੀਜ਼ਾਂ ਪਤਾ ਕਰਨੀਆਂ ਨੇ, ਮੈਗਨੀਟਿਊਡ ਵੀ ਐਂਡ ਡਾਇਰੈਕਸ਼ਨ ਵੀ। ਹਾਲੇ ਤਾਂ ਜਸਟ ਡਾਇਗਰਾਮੈਟਿਕਲੀ ਆਪਾਂ ਦੇਖ ਰਹੇ ਹਾਂ ਕਿ ਇਹਦਾ ਕੀ ਮਤਲਬ ਹੈ, ਬਾਅਦ 'ਚ ਇਹਦੇ ਨਾਲ ਨਿਊਮੈਰੀਕਲਸ ਵੀ ਟਰਾਈ ਕਰਾਂਗੇ ਜਦੋਂ ਆਪਾਂ ਕੋਲ ਵੈਲਿਊਜ਼ ਵੀ ਗਿਵਨ ਹੋਊਗੀਆਂ, ਹੋ ਸਕਦਾ ਐਂਗਲਸ ਵਗੈਰਾ ਵੀ ਆਪਾਂ ਕੋਲ ਗਿਵਨ ਹੋਣ, ਠੀਕ ਹੈ। ਚਲੋ ਇਹ ਤਾਂ ਹੋ ਗਿਆ ਪਹਿਲਾ ਤਰੀਕਾ, ਇਹਨੂੰ ਆਪਾਂ ਚਲੋ ਦ ਸੈਕੰਡ ਮੈਥਡ ਇਜ਼ ਅਗੇਨ ਆਪਾਂ ਕੀ ਕਰਦੇ ਹਾਂ, ਸੇਮ ਦੋ ਵੈਕਟਰਸ ਲੈ ਕੇ ਚੱਲਦੇ ਹਾਂ, ਦਿਸ ਇਜ਼ ਦ A ਵੈਕਟਰ ਐਂਡ ਦਿਸ ਇਜ਼ ਲੈਟਸ ਸੇ ਦ B ਵੈਕਟਰ। ਅਗੇਨ ਤੁਹਾਨੂੰ ਕਿਹਾ ਇਹਨਾਂ ਦੋਨਾਂ ਨੂੰ ਐਡਅਪ ਕਰਨਾ ਹੈ। ਸੋ ਸੈਕੰਡ ਤਰੀਕਾ ਕੀ ਹੋ ਸਕਦਾ ਇਹਨਾਂ ਦੋਨਾਂ ਵੈਕਟਰਸ ਨੂੰ ਐਡਅਪ ਕਰਨ ਦਾ,
ਲਾਈਕ ਦਿਸ। ਸਭ ਤੋਂ ਪਹਿਲਾਂ ਤੁਸੀਂ ਏ ਵੈਕਟਰ ਨੂੰ ਲਿੱਤਾ, ਐਸ ਐਚ ਮੈਗਨੀਟਿਊਡ ਉਹਨਾਂ ਹੋਣਾ ਚਾਹੀਦਾ ਸਕੇਲ ਦੇ ਨਾਲ ਪ੍ਰੋਪਰਲੀ। ਇਹਨੂੰ ਖੁਦ ਤੋਂ ਰਫ ਕਾਪੀ ਤੇ ਡਰਾ ਕਰਕੇ ਦੇਖਿਓ, ਰਾਈਟ। ਹੁਣ ਦੇਖੋ ਇਸ ਕੇਸ 'ਚ ਆਪਾਂ ਕੀ ਕੀਤਾ ਸੀਗਾ, ਸੈਕਿੰਡ ਵੈਕਟਰ ਦੀ ਟੇਲ ਨੂੰ ਫਸਟ ਦੇ ਹੈਡ ਨਾਲ ਜੁਆਇਨ ਕੀਤਾ ਸੀਗਾ। ਇਸ ਵਾਰੀ ਆਪਾਂ ਉਲਟਾ ਕਰਦੇ ਹਾਂ, ਇਹਦੇ ਟੇਲ ਨੂੰ ਇਹਦੇ ਟੇਲ ਦੇ ਨਾਲ ਹੀ ਜੁਆਇਨ ਕਰ ਦਾਂਗੇ। ਦੋਨੋਂ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਓਵਰਆਲ ਰਿਜ਼ਲਟ ਸੇਮ ਹੀ ਆਊਗਾ, ਡਸ ਨਾਟ ਮੈਟਰ, ਰਾਈਟ। ਸੋ ਇਸ ਵੈਕਟਰ ਨੂੰ ਐਸ ਐਚ ਆਪਾਂ ਮੂਵ ਕਰਕੇ ਇੱਥੇ ਜੁਆਇਨ ਕਰ ਦੇਣਾ ਹੈ, ਰਾਈਟ। ਅਗੇਨ ਧਿਆਨ ਰੱਖਿਓ ਕਿ ਉਹ ਮੂਵ ਨਹੀਂ ਹੋਣਾ ਚਾਹੀਦਾ ਐਂਗਲ ਵਾਈਜ਼। ਜੇ ਮੈਂ ਗੱਲ ਕਰਾਂ ਜਿੱਦਾਂ ਪਿਆ ਉਹਦੇ ਇੱਕ ਤਰੀਕੇ ਨਾਲ ਬਸ ਪੈਰਲਲ ਲਾਈ ਜਾਓ ਐਂਡ ਇੱਥੇ ਕਨੈਕਟ ਕਰ ਦੇਣਾ ਆਪਾਂ, ਠੀਕ ਹੈ। ਸੋ ਮੈਂ ਰਫਲੀ ਥੋੜਾ ਜਿਹਾ ਬਣਾਉਣ ਦੀ ਟਰਾਈ ਕਰਦਾ। ਆਲਮੋਸਟ ਇੰਨੀ ਕੁ ਲੈਂਥ ਹੈ ਇਹਦੀ ਬੀ ਦੀ, ਰਾਈਟ। ਲੈਂਥ ਵੀ ਐਗਜ਼ੈਕਟਲੀ ਉਨੀ ਹੋਣੀ ਚਾਹੀਦੀ ਹੈ। ਯੂ ਕੈਨ ਟਰਾਈ ਵਿਦ ਅ ਸਕੇਲ। ਹੁਣ ਦਿਸ ਇਜ਼ ਦ ਬੀ ਵੈਕਟਰ, ਦੇਖ ਰਹੇ ਹੋ ਹੁਣ ਦੋਨਾਂ ਦੀ ਟੇਲਸ ਆਪਸ 'ਚ ਕਨੈਕਟਡ ਨੇ। ਹੁਣ ਆਪਾਂ ਦੋਨਾਂ ਨੂੰ ਐਡਅਪ ਕਰਕੇ ਦੋਨਾਂ ਦਾ ਰਿਜ਼ਲਟੈਂਟ ਕਿਵੇਂ ਪਤਾ ਕਰਾਂਗੇ ਕਿ ਦੋਨਾਂ ਨੂੰ ਐਡਅਪ ਕਰਕੇ ਕੀ ਆ ਰਿਹਾ ਆਪਾਂ ਕੋਲ। ਆਪਾਂ ਕੀ ਕਰਦੇ ਹਾਂ, ਜਦੋਂ ਵੀ ਆਪਾਂ ਇਹ ਬਣਾਇਆ, ਰਾਈਟ, ਦਿਸ ਇਜ਼ ਏ ਵੈਕਟਰ, ਇਹਨੂੰ ਵੀ ਮੂਵ ਕਰਕੇ ਇਹਦੇ ਨਾਲ ਇੱਥੇ ਜੁਆਇਨ ਕਰ ਦੇਣਾ, ਰਾਈਟ, ਸੱਚ ਦੈਟ ਇਟ ਇਜ਼ ਲਾਈਕ ਦਿਸ। ਜਿੰਨੀ ਲੈਂਥ ਇਹਦੀ ਹੈ ਉਨੀ ਲੈਂਥ ਇੱਥੇ ਹੋਣੀ ਚਾਹੀਦੀ ਹੈ। ਐਂਡ ਅਗੇਨ ਐਂਗਲ ਜਿੰਨਾ ਇੱਧਰ ਸੀਗਾ ਇਹ ਐ ਨਹੀਂ ਹੋ ਜਾਣਾ ਚਾਹੀਦਾ, ਉਹਦੇ ਪੈਰਲਲ ਰਵੇ ਇਹ ਚੀਜ਼। ਬਸ ਆਹ ਦੋ ਚੀਜ਼ਾਂ ਦਾ ਧਿਆਨ ਰੱਖਣਾ, ਠੀਕ ਹੈ। ਆ ਹੋ ਗਿਆ ਏ ਵੈਕਟਰ। ਇਹਨੂੰ ਏ ਵੈਕਟਰ ਕਿਉਂ ਲਿਖਿਆ, ਬਿਕੋਜ਼ ਆ ਏ ਵੈਕਟਰ ਹੈ ਤੇ ਇਹ ਵੀ ਏ ਵੈਕਟਰ ਹੀ ਹੋਊਗਾ, ਹੈ ਨਾ, ਬਿਕੋਜ਼ ਆਪਾਂ ਐਂਗਲ ਤਾਂ ਚੇਂਜ ਨਹੀਂ ਕੀਤਾ ਹੈਗਾ। ਐਂਡ ਸਿਮਿਲਰਲੀ ਨਾ ਉਹਦਾ ਮੈਗਨੀਟਿਊਡ ਵਗੈਰਾ ਚੇਂਜ ਕੀਤਾ। ਸਿਮਿਲਰਲੀ ਜਿਹੜਾ ਬੀ ਵੈਕਟਰ ਹੈ ਇਹਨੂੰ ਵੀ ਇੱਥੋਂ ਮੂਵ ਕਰਕੇ ਆਪਾਂ ਇੱਥੇ ਲਿਆਉਂਦੇ ਹਾਂ ਐਂਡ ਦਿਸ ਵਿਲ ਬੀ ਦਾ ਬੀ ਵੈਕਟਰ। ਦੇਖ ਰਹੇ ਹੋ ਬੀ ਵੈਕਟਰ ਦੇ ਪੈਰਲਲ ਹੈਗਾ ਐਂਡ ਮੈਗਨੀਟਿਊਡ ਵੀ ਸੇਮ ਹੈ। ਹੁਣ ਆ ਕੀ ਬਣ ਗਿਆ ਆਪਾਂ ਕੋਲ, ਇੱਕ ਪੈਰਲਲੋਗ੍ਰਾਮ ਬਣ ਗਿਆ, ਰਾਈਟ, ਜਿਹਦੀਆਂ ਦੋ ਸਾਈਡਸ ਆਪਾਂ ਨੂੰ ਆ ਪਤਾ ਨੇ। ਸਿਮਿਲਰਲੀ ਆਪਾਂ ਇਹ ਵੀ ਕਹਿ ਸਕਦੇ ਹਾਂ ਦੋ ਸਾਈਡ ਆਪਾਂ ਨੂੰ ਇਹ ਵੀ ਪਤਾ ਨੇ। ਤਾਂ ਇਹਦਾ ਜਿਹੜਾ ਡਾਇਗਨਲ ਹੈ ਨਾ, ਦਿਸ ਇਜ਼ ਦਾ ਡਾਇਗਨਲ, ਦਿਸ ਵਿਲ ਬੀ ਦਾ ਰਿਜ਼ਲਟੈਂਟ। ਇਹ ਹੋਊਗਾ ਆਪਾਂ ਕੋਲ ਏ ਵੈਕਟਰ ਪਲੱਸ ਬੀ ਵੈਕਟਰ, ਓਕੇ। ਸੋ ਦੋਨੋਂ ਹੀ ਤਰੀਕੇ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਦੋਨੋਂ ਵੈਕਟਰਸ ਨੂੰ ਐਡਅਪ ਕਰ ਸਕਦੇ ਹਾਂ। ਦੇਖੋ ਇਹ ਤਾਂ ਮੈਂ ਰਫਲੀ ਕੀਤਾ, ਨਾ ਮੈਂ ਸਕੇਲ ਯੂਜ਼ ਕੀਤਾ, ਨਾ ਮੈਂ ਕੁਝ ਯੂਜ਼ ਕੀਤਾ, ਲੇਕਿਨ ਸਟਿਲ ਤੁਸੀਂ ਦੇਖ ਸਕਦੇ ਹੋ ਏ ਪਲੱਸ ਬੀ ਵੈਕਟਰ ਸਟ੍ਰੇਟ ਤੋਂ ਥੋੜਾ ਜਿਹਾ ਉੱਪਰ ਵੱਲ ਨੂੰ ਡਾਇਰੈਕਸ਼ਨ ਦੇ ਰਿਹਾ ਹੈ। ਸਿਮਿਲਰਲੀ ਇੱਥੇ ਵੀ, ਹੈ ਨਾ, ਇੱਕਦਮ ਸਟ੍ਰੇਟ ਤੋਂ ਥੋੜਾ ਜਿਹਾ ਉੱਪਰ ਵੱਲ ਨੂੰ ਡਾਇਰੈਕਸ਼ਨ ਦੇ ਰਿਹਾ। ਥੋੜਾ ਰਫਲੀ ਮੈਂ ਟਰਾਈ ਕੀਤਾ, ਇਸ ਲਈ ਇੰਨਾ ਐਗਜ਼ੈਕਟ ਨਹੀਂ ਹੈਗਾ। ਅਦਰਵਾਈਜ਼ ਇਫ ਯੂ ਡੂ ਇਟ ਪ੍ਰੋਪਰਲੀ ਵਿਦ ਦ ਹੈਲਪ ਆਫ ਅ ਸਕੇਲ, ਰਾਈਟ, ਐਂਡ ਐਂਗਲਸ ਵਗੈਰਾ ਥੋੜਾ ਜਿਹਾ ਧਿਆਨ ਨਾਲ ਤੁਸੀਂ ਇਹਨੂੰ ਡਰਾ ਕਰੋ, ਦੈਨ ਤੁਸੀਂ ਦੇਖੋਗੇ ਕਿ ਚਾਹੇ ਤੁਸੀਂ ਆਹ ਤਰੀਕਾ ਯੂਜ਼ ਕਰ ਲਓ, ਚਾਹੇ ਆਹ ਤਰੀਕਾ ਯੂਜ਼ ਕਰ ਲਓ, ਓਵਰਆਲ ਜਿਹੜੇ ਦੋ ਵੈਕਟਰਸ ਨੇ ਉਹਨਾਂ ਦਾ ਸਮ ਜਿਹੜਾ ਹੁੰਦਾ ਉਹ ਸੇਮ ਹੀ ਆਉਂਦਾ ਹੈ। ਚਾਹੇ ਤੁਸੀਂ ਫਸਟ ਮੈਥਡ ਦੇ ਨਾਲ ਐਡਅਪ ਕਰੋ, ਚਾਹੇ ਤੁਸੀਂ ਸੈਕਿੰਡ ਮੈਥਡ ਦੇ ਨਾਲ ਐਡਅਪ ਕਰੋ, ਰਾਈਟ। ਐਂਡ ਜ਼ਰੂਰੀ ਨਹੀਂ ਹੈ ਕਿ ਕੁਐਸਚਨ 'ਚ ਤੁਹਾਨੂੰ ਸਪੈਸੀਫਾਈ ਕਰਕੇ ਕਿਹਾ ਜਾਊਗਾ ਕਿ ਹਾਂਜੀ ਇਸ ਮੈਥਡ ਦੇ ਨਾਲ ਟਰਾਈ ਕਰੋ ਜਾਂ ਇਸ ਮੈਥਡ ਦੇ ਨਾਲ ਐਡਅਪ ਕਰੋ, ਰਾਈਟ। ਬਹੁਤ ਘੱਟ ਚਾਂਸਸ ਨੇ, ਲੇਕਿਨ ਸਟਿਲ ਮੈਥਡ ਆਣੇ ਦੋਨੋਂ ਚਾਹੀਦੇ ਨੇ। ਕਿਸੇ ਪਰਟੀਕੂਲਰ ਕੇਸ 'ਚ ਹੋ ਸਕਦਾ ਸ਼ਾਇਦ ਕਿ ਕੋਈ ਇੱਕ ਮੈਥਡ ਜ਼ਿਆਦਾ ਈਜ਼ੀ ਪਵੇ ਦੂਸਰੇ ਮੈਥਡ ਤੋਂ, ਰਾਈਟ, ਇਟ ਕੁਡ ਬੀ, ਬਟ ਅਦਰਵਾਈਜ਼ ਕੋਈ ਇੱਦਾਂ ਚੱਕਰ ਵਾਲੀ ਗੱਲ ਨਹੀਂ ਹੁੰਦੀ। ਚਾਹੇ ਤੁਸੀਂ ਆਹ ਲਗਾ ਲਓ, ਚਾਹੇ ਤੁਸੀਂ ਆਹ ਲਗਾ ਲਓ, ਠੀਕ ਹੈ, ਓਵਰਆਲ ਰਿਜ਼ਲਟ ਐਗਜ਼ੈਕਟਲੀ ਸੇਮ ਆਏਗਾ।